ਸਟਾਰਟ। ਸ਼ੰਕਰ ਦੇਵ ਸੰਨ 1449 ਵਿੱਚ ਪੈਦਾ ਹੋਏ ਡੰਡੀ। ਉਹ ਅਸਾਮ ਦੇ ਮਹਾਨ ਚਿੰਤਕ, ਆਗੂ ਅਤੇ ਮਹਾਂਪੁਰਸ਼ ਸੰਤ ਸਨ। ਡੰਡੀ ਇੱਕ ਕੁਲੀਨ ਘਰਾਣੇ ਵਿੱਚ ਜਨਮ ਲੈ ਕੇ ਵੀ ਉਹਨਾਂ ਨੇ ਬੌਧਿਕ ਜੀਵਨ ਨੂੰ ਮਹਾਨਤਾ ਦਿੱਤੀ ਅਤੇ ਛੋਟੀ ਉਮਰ ਵਿੱਚ ਹੀ ਸਮੁੱਚੇ ਸੰਸਕ੍ਰਿਤ ਸਾਹਿਤ ਦਾ ਅਧਿਐਨ ਕੀਤਾ। ਡੰਡੀ ਵਿਆਹ ਕਰਵਾ ਕੇ ਗ੍ਰਸਤ ਜੀਵਨ ਦਾ ਬੜਾ ਸੁੱਖ ਮਾਣਿਆ। ਡੰਡੀ ਫਿਰ ਪਤਨੀ ਦੇ ਚਲਾਣਾ ਕਰ ਜਾਣ ਪਿੱਛੋਂ 32 ਸਾਲ ਦੀ ਉਮਰ ਵਿੱਚ ਉਹ ਤੀਰਥ ਯਾਤਰਾ ਲਈ ਨਿਕਲ ਪਏ। ਡੰਡੀ ਉੜੀਸਾ ਦੇ ਇੱਕ ਸਮਾਗਮ ਵਿੱਚ ਆਏ ਭਿੰਨ ਭਿੰਨ ਭਾਰਤੀ ਧਾਰਮਿਕ ਵਿਅਕਤੀਆਂ ਨੂੰ ਮਿਲ ਕੇ ਸ਼ੰਕਰ ਦੇਵ ਨੂੰ ਗਿਆਨ ਭਗਤੀ ਦਾ ਬੋਧ ਹੋਇਆ ਅਤੇ ਨਵ ਵੈਸ਼ਨਵ ਮਤ ਦਾ ਅਨੋਖਾ ਅਨੁਭਵ ਵੀ। ਡੰਡੀ ਵੈਸ਼ਨਵ ਮਤ ਦੀ ਲਹਿਰ ਉਸ ਵੇਲੇ ਉੱਤਰੀ ਭਾਰਤ ਵਿੱਚ ਜ਼ੋਰਾਂ 'ਤੇ ਸੀ ਅਤੇ ਜਨ ਸਧਾਰਨ ਨੂੰ ਭਗਤੀ ਸੰਗੀਤ ਵਿੱਚ ਲੀਨ ਕਰ ਰਹੀ ਸੀ। ਡੰਡੀ ਇਸੇ ਲਹਿਰ ਤੋਂ ਪ੍ਰੇਰਿਤ ਹੋਏ ਸੰਤ ਸ਼ੰਕਰ ਦੇਵ ਘਰ ਆ ਕੇ ਧਾਰਮਿਕ ਕਵਿਤਾ ਰਚਣ ਲੱਗੇ। ਡੰਡੀ ਘਰ ਵਾਲਿਆਂ ਦੇ ਜ਼ੋਰ ਪਾਉਣ 'ਤੇ ਉਹਨਾਂ ਦੂਜਾ ਵਿਆਹ ਵੀ ਕਰਵਾਇਆ, ਪਰ ਧਰਮ ਚਰਚਾ ਅਤੇ ਪੜ੍ਹਨਾ ਲਿਖਣਾ ਜਾਰੀ ਰੱਖਿਆ। ਡੰਡੀ ਕਈ ਧਾਰਮਿਕ ਵਿਦਵਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵੇਦ ਪੁਰਾਣ ਤੋਂ ਲੈ ਕੇ ਯੋਗ ਅਭਿਆਸ ਤੱਕ ਮੁਹਾਰਤ ਹਾਸਲ ਕੀਤੀ। ਡੰਡੀ ਪਰ ਅੰਤ ਵਿੱਚ ਭਗਵਤ ਪੁਰਾਣ ਦੇ ਭਗਤੀ ਤੱਤ ਨੂੰ ਸਰਵ ਉੱਤਮ ਸੱਚ ਜਾਣ ਕੇ ਅਪਣਾ ਲਿਆ। ਡੰਡੀ ਪਰਾ ਸੰਤ ਸ਼ੰਕਰ ਦੇਵ ਦੀ ਜਨ ਸਧਾਰਨ ਦੇ ਸਮਾਜਿਕ, ਸਾਹਿਤਕ ਅਤੇ ਧਾਰਮਿਕ ਜੀਵਨ ਨੂੰ ਮਹੱਤਵਪੂਰਨ ਦੇਣ ਇਹ ਹੈ ਕਿ ਉਹਨਾਂ ਨੇ ਧਰਮ ਦੀ ਗੱਲ ਆਪਣੀ ਧਰਤੀ ਅਤੇ ਸੱਭਿਆਚਾਰ ਦੀ ਜ਼ੁਬਾਨੀ ਕੀਤੀ। ਡੰਡੀ ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਡੰਡੀ ਅਸਾਮ ਦੀ ਨਾਟਕ ਪਰੰਪਰਾ ਨੂੰ ਸੰਤ ਜੀ ਨੇ ਅੰਕੀਆ ਨਾਟਕ ਨਾਲ ਪ੍ਰਫੁੱਲਤ ਕੀਤਾ। ਡੰਡੀ ਇਹ ਅੰਕੀਆ ਨਾਟਕ ਵਿਸ਼ਨੂੰ ਕ੍ਰਿਸ਼ਨ ਦੀ ਜੀਵਨ ਲੀਲਾ 'ਤੇ ਆਧਾਰਿਤ ਹਨ ਅਤੇ ਅੱਜ ਵੀ ਹਰ ਆਦਮੀ ਬੜੇ ਮਾਣ ਅਤੇ ਪੂਰੀ ਸ਼ਰਧਾ ਨਾਲ ਇਹਨਾਂ ਨਾਟਕਾਂ ਨੂੰ ਖੇਡਦਾ ਅਤੇ ਮਾਣਦਾ ਹੈ। ਡੰਡੀ ਸ਼ੰਕਰ ਦੇਵ ਨੇ ਆਪਣੇ ਧਾਰਮਿਕ ਗੀਤ ਆਮ ਬੋਲ ਚਾਲ ਦੀ ਭਾਸ਼ਾ ਅਸਾਮੀ ਵਿੱਚ ਲਿਖੇ ਅਤੇ ਇਹਨਾਂ ਗੀਤਾਂ ਦਾ ਗਾਇਨ ਸਮੇਂ ਦੇ ਪ੍ਰਚਲਿਤ ਰਾਗਾਂ ਵਿੱਚ ਨਿਰਧਾਰਤ ਕੀਤਾ। ਡੰਡੀ ਉਮਰ ਦੇ ਅਖੀਰਲੇ ਸਾਲਾਂ ਵਿੱਚ ਸ਼ਾਹੀ ਸਰਪ੍ਰਸਤੀ ਹੇਠ ਉਹਨਾਂ ਆਪਣੇ ਮਤ ਦਾ ਪ੍ਰਚਾਰ ਕੀਤਾ ਅਤੇ ਕਈ ਗ੍ਰੰਥ ਲਿਖੇ। ਡੰਡੀ ਅੱਧੀ ਦਰਜਨ ਤੋਂ ਵੱਧ ਨਾਟਕ ਲਿਖੇ। ਡੰਡੀ ਉਹਨਾਂ ਦਾ ਸਰਵ ਉੱਤਮ ਗ੍ਰੰਥ ਕੀਰਤਨ ਘੋਸ਼ ਹੈ, ਜਿਸ ਦੀ ਘਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਵਾਂਗ ਮਾਨਤਾ ਹੁੰਦੀ ਹੈ। ਡੰਡੀ ਅਸਾਮ ਦੇ ਇਸ ਸੰਤ ਮਹਾਂਪੁਰਸ਼ ਨੇ ਆਮ ਆਦਮੀ ਨੂੰ ਸਫਲ ਅਤੇ ਸਾਰਥਕ ਜੀਵਨ ਜਿਉਣ ਲਈ ਜਿਹੜਾ ਭਗਤੀ ਮੰਤਰ ਦਿੱਤਾ, ਉਸ ਦੀ ਬੁਨਿਆਦ ਜਨ ਸਧਾਰਨ ਦੀ ਚੰਚਲ ਮਨੋਵੇਗ ਅਤੇ ਪ੍ਰੇਮ ਭਾਵਨਾਵਾਂ ਸਨ। ਡੰਡੀ ਇਹੀ ਕਾਰਨ ਹੈ ਕਿ ਉਹਨਾਂ ਦਾ ਭਗਤੀ ਪ੍ਰਚਾਰ ਇੰਨਾ ਹਰਮਨ ਪਿਆਰਾ ਅਤੇ ਸਦੀਵੀ ਖਿੱਚ ਵਾਲਾ ਹੈ। ਡੰਡੀ ਜਿੱਥੇ ਕੋਵਿਡ-19 ਮਹਾਂਮਾਰੀ ਦੀ ਪਹਿਲੀ ਲਹਿਰ ਨੇ ਜ਼ਿਆਦਾਤਰ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ, ਉੱਥੇ ਵਰਤਮਾਨ 'ਚ ਜਾਰੀ ਦੂਸਰੀ ਲਹਿਰ ਦਾ ਨੌਜਵਾਨ ਪੀੜ੍ਹੀ 'ਤੇ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਡੰਡੀ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਹ ਲਹਿਰ ਕਦੋਂ ਆਪਣੇ ਸਿਖਰ 'ਤੇ ਹੋਵੇਗੀ ਅਤੇ ਕਦੋਂ ਕਰੋਨਾ ਦੇ
ਦੇ ਮਾਮਲਿਆਂ 'ਚ ਤਸੱਲੀ ਬਖਸ਼ ਕਮੀ ਆਵੇਗੀ, ਪਰ ਮਾਹਿਰ ਹੁਣੇ ਤੋਂ ਤੀਸਰੀ ਲਹਿਰ ਦੇ ਬਾਰੇ ਕੁਝ ਚਿੰਤਾ ਵਾਲੇ ਖਦਸ਼ੇ ਪ੍ਰਗਟ ਕਰਨ ਲੱਗੇ ਹਨ। ਡੰਡੀ ਨਾਰਾਇਣ ਹੈਲਥ ਦੇ ਮੁਖੀ ਡਾਕਟਰ ਦੇਵੀ ਸ਼ੈਟੀ ਸਮੇਤ ਹੋਰ ਮਾਹਿਰਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਦੀ ਤੀਸਰੀ ਲਹਿਰ ਲਈ ਪਹਿਲਾਂ ਤੋਂ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ। ਡੰਡੀ ਡਾਕਟਰ ਦੇਵੀ ਸ਼ੈਟੀ ਨੂੰ ਕਰਨਾਟਕ ਸਰਕਾਰ ਨੇ ਕਰੋਨਾ ਦੀ ਸੰਭਾਵਿਤ ਤੀਸਰੀ ਲਹਿਰ ਲਈ ਬਣਾਈ ਟਾਸਕ ਫੋਰਸ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਡੰਡੀ ਡਾਕਟਰ ਦੇਵੀ ਸ਼ੈਟੀ ਦੇ ਅਨੁਸਾਰ ਤੀਸਰੀ ਲਹਿਰ ਨੂੰ ਲੈ ਕੇ ਅਜੇ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਪਰ ਜੇਕਰ ਅਮਰੀਕਾ ਅਤੇ ਯੂਰਪ 'ਚ ਕਰੋਨਾ ਵਾਇਰਸ ਦੇ ਵਤੀਰੇ ਅਤੇ ਪ੍ਰਭਾਵ ਨੂੰ ਦੇਖਿਆ ਜਾਵੇ ਤਾਂ ਉਸ ਦਾ ਅਸਰ ਹੋਰਨਾਂ ਥਾਵਾਂ 'ਤੇ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਡੰਡੀ ਅਜਿਹੇ 'ਚ ਸਿਆਣਪ ਇਹ ਹੋਵੇਗੀ ਕਿ ਤੀਸਰੀ ਲਹਿਰ ਦਾ ਸਾਹਮਣਾ ਕਰਨ ਲਈ ਅਸੀਂ ਪਹਿਲਾਂ ਤੋਂ ਤਿਆਰ ਰਹੀਏ। ਡੰਡੀ ਸਭ ਤੋਂ ਵੱਧ ਚਿੰਤਾਜਨਕ ਮਾਹਿਰਾਂ ਦੀ ਇਹ ਚੇਤਾਵਨੀ ਹੈ ਕਿ ਤੀਸਰੀ ਲਹਿਰ ਬੱਚਿਆਂ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ, ਕਿਉਂਕਿ ਤਦ ਤੱਕ ਬਾਲਗਾਂ 'ਚੋਂ ਵਧੇਰੇ ਜਾਂ ਤਾਂ ਪਹਿਲਾਂ ਤੋਂ ਹੀ ਇਨਫੈਕਟਡ ਹੋ ਚੁੱਕੇ ਹੋਣਗੇ ਜਾਂ ਕਰੋਨਾ ਤੋਂ ਬਚਾਉਣ ਵਾਲੀ ਵੈਕਸੀਨ ਲੱਗ ਚੁੱਕੀ ਹੋਵੇਗੀ। ਡੰਡੀ ਅੰਕੜਿਆਂ 'ਤੇ ਝਾਤੀ ਮਾਰੀਏ ਤਾਂ ਦੇਸ਼ 'ਚ ਕਰੋਨਾ ਦੀ ਦੂਸਰੀ ਲਹਿਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਮਾਸੂਮ ਬੱਚੇ ਹੋਣ ਤੋਂ ਸੁਰੱਖਿਅਤ ਨਹੀਂ ਹਨ। ਡੰਡੀ ਸੂਬੇ 'ਚ ਲਗਭਗ 40 ਦਿਨਾਂ 'ਚ 10 ਸਾਲ ਤੋਂ ਘੱਟ ਉਮਰ ਦੇ 76,401 ਬੱਚੇ ਕਰੋਨਾ ਵਾਇਰਸ ਨਾਲ ਇਨਫੈਕਟਡ ਪਾਏ ਗਏ ਹਨ। ਡੰਡੀ ਇਸ ਸਾਲ 1 ਜਨਵਰੀ ਤੋਂ 12 ਮਈ ਤੱਕ 10 ਸਾਲ ਦੀ ਉਮਰ ਤੋਂ ਘੱਟ ਦੇ 106,222 ਬੱਚੇ ਕਰੋਨਾ ਨਾਲ ਇਨਫੈਕਟਡ ਹੋਏ ਹਨ। ਡੰਡੀ ਬੱਚਿਆਂ 'ਤੇ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਹਸਪਤਾਲਾਂ 'ਚ ਨਵ ਜਨਮੇ ਬੱਚਿਆਂ ਲਈ ICU ਵਾਰਡ ਬਣਾਏ ਜਾ ਰਹੇ ਹਨ। ਡੰਡੀ ਸੂਬੇ 'ਚ ਬੀਤੇ ਸਾਲ 2020 'ਚ 67,110 ਬੱਚੇ ਹੀ ਕਰੋਨਾ ਨਾਲ ਇਨਫੈਕਟਡ ਪਾਏ ਗਏ ਸਨ। ਡੰਡੀ ਤੀਸਰੀ ਲਹਿਰ ਸੱਚ ਜੇਕਰ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਹਸਪਤਾਲਾਂ 'ਚ ਉਹਨਾਂ ਦੇ ਇਲਾਜ ਅਤੇ ਦੇਖਭਾਲ ਦਾ ਕੰਮ ਬੜਾ ਚੁਣੌਤੀ ਵਾਲਾ ਹੋ ਸਕਦਾ ਹੈ, ਜੋ ਪਹਿਲਾਂ ਤੋਂ ਲੜਖੜਾ ਚੁੱਕੀਆਂ ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਵੀ ਬੁਰੀ ਤਰ੍ਹਾਂ ਹਿਲਾ ਸਕਦਾ ਹੈ। ਡੰਡੀ ਡਾਕਟਰ ਦੇਵੀ ਸ਼ੈਟੀ ਦੇ ਅਨੁਸਾਰ 12 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਲਾਜ ਅਤੇ ਦੇਖਭਾਲ ਵੱਡਿਆਂ ਦੀ ਤੁਲਨਾ 'ਚ ਕਾਫੀ ਵੱਖਰਾ ਅਤੇ ਔਖਾ ਹੋਵੇਗਾ। ਡੰਡੀ ਬੱਚਿਆਂ ਦੇ ਲਈ ਕੋਵਿਡ ਇਲਾਜ ਪਹਿਲੀਆਂ 2 ਲਹਿਰਾਂ ਤੋਂ ਪੂਰੀ ਤਰ੍ਹਾਂ ਅਲੱਗ ਹੋਵੇਗਾ। ਡੰਡੀ ਤੀਸਰੀ ਲਹਿਰ ਦੀ ਤਿਆਰੀ ਲਈ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਪੇਸ਼ੇਵਰਾਂ ਦੀ ਇੱਕ ਪੂਰੀ ਫੌਜ ਦੀ ਲੋੜ ਹੋਵੇਗੀ। ਡੰਡੀ ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਈ-ਜੂਨ ਦੇ ਮਹੀਨੇ ਵਿੱਚ ਬੂਟੇ ਸੁੱਕ ਜਾਂ ਮਰ ਜਾਂਦੇ ਹਨ, ਕਿਉਂਕਿ ਉਸ ਵਕਤ ਪਾਣੀ ਦੀ ਕਮੀ ਕਰਕੇ ਉਪਪਾਚਨ ਪ੍ਰਕਿਰਿਆ ਜਾਂ ਤਾਂ ਧੀਮੀ ਪੈ ਜਾਂਦੀ ਹੈ ਜਾਂ ਫਿਰ ਖਤਮ ਹੋ ਜਾਂਦੀ ਹੈ। ਡੰਡੀ
ਭਾਵੇਂ ਕਈ ਖੁਸ਼ਕ ਜਗ੍ਹਾ 'ਤੇ ਉੱਗਣ ਵਾਲੇ ਬੂਟੇ ਮੀਂਹ ਪੈਣ 'ਤੇ ਸਪੰਜ ਵਾਂਗੂ ਪਾਣੀ ਚੂਸ ਲੈਂਦੇ ਹਨ, ਪਰ ਉੱਥੇ ਤਾਪਮਾਨ ਜ਼ਿਆਦਾ ਹੋਣ ਕਰਕੇ ਉਹਨਾਂ ਅੰਦਰ ਪਾਣੀ ਦੀ ਮਾਤਰਾ ਘਟ ਜਾਂਦੀ ਹੈ। ਡੰਡੀ ਫਿਰ ਵੀ ਇਹ ਬੂਟੇ ਆਪਣੇ ਅੰਦਰ ਖਾਸ ਕਿਸਮ ਦੇ ਸੈੱਲਾਂ ਵਿੱਚ ਪਾਣੀ ਇਕੱਠਾ ਕਰਕੇ ਰੱਖਦੇ ਹਨ ਤਾਂ ਜੋ ਉਹਨਾਂ ਦੀ ਆਹਾਰ ਪਾਚਨ ਪ੍ਰਕਿਰਿਆ ਆਸਾਨੀ ਨਾਲ ਚੱਲਦੀ ਰਹੇ। ਡੰਡੀ ਬੂਟਿਆਂ ਦੇ ਸੈੱਲਾਂ ਦਾ ਤਾਪਮਾਨ ਸਥਿਰ ਰੱਖਣ ਲਈ ਪਾਣੀ ਪ੍ਰਤੀਰੋਧਕ ਦਾ ਕੰਮ ਕਰਦਾ ਹੈ। ਡੰਡੀ ਵਾਤਾਵਰਣ ਦਾ ਤਾਪਮਾਨ ਅਨੁਕੂਲ ਰੱਖਣ ਲਈ ਪਾਣੀ ਸਹਾਈ ਹੁੰਦਾ ਹੈ। ਡੰਡੀ ਕਈ ਤਰ੍ਹਾਂ ਦੇ ਆਰਗੈਨਿਕ ਅਤੇ ਇਨਆਰਗੈਨਿਕ ਪਦਾਰਥ ਜੋ ਕਿ ਕੰਮ ਨਹੀਂ ਕਰ ਰਹੇ ਹੁੰਦੇ, ਉਹ ਬੀਜਾਂ ਦੇ ਪੁੰਗਰਨ ਵੇਲੇ ਪਾਣੀ ਅੰਦਰ ਜਾਣ ਨਾਲ ਚੁਸਤ ਹੋ ਜਾਂਦੇ ਹਨ। ਡੰਡੀ ਇਸੇ ਤਰ੍ਹਾਂ ਕਈ ਸੁਸਤ ਪਏ ਪ੍ਰੋਟੀਨ, ਕਾਰਬੋਹਾਈਡਰੇਟ, ਨਿਊਕਲਿਕ ਐਸਿਡ ਜੋ ਕਿ ਕੋਈ ਵੀ ਪ੍ਰਕਿਰਿਆ ਨਹੀਂ ਕਰ ਰਹੇ ਹੁੰਦੇ, ਜਿਉਂ ਹੀ ਬੀਜ ਪੁੰਗਰਨ ਵੇਲੇ ਪਾਣੀ ਅੰਦਰ ਚੂਸਦਾ ਹੈ, ਇਹ ਸਾਰੇ ਪਦਾਰਥ ਕੰਮ ਕਰਨ ਲੱਗ ਪੈਂਦੇ ਹਨ। ਡੰਡੀ ਇਸ ਲਈ ਬੀਜਾਂ ਦੇ ਉੱਗਣ ਲਈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਡੰਡੀ ਜੇਕਰ ਬੂਟੇ ਠੰਡ ਨਾਲ ਕੁਮਲਾ ਜਾਣ ਜਾਂ ਸੁੱਕ ਜਾਣ ਤਾਂ ਪਾਣੀ ਛਿੜਕ ਕੇ ਛਾਂ ਵਿੱਚ ਰੱਖ ਦੇਣਾ ਅੱਛਾ ਹੈ, ਜਾਂ ਇਹਨਾਂ ਨੂੰ ਇੱਕ ਗੰਢ ਜਾਂ ਅੱਖ ਉੱਤੋਂ ਕੱਟ ਦੇਣਾ ਚਾਹੀਦਾ ਹੈ ਤਾਂ ਜੋ ਇਹ ਫਿਰ ਫੁੱਟ ਸਕਣ। ਡੰਡੀ ਇਹ ਆਮ ਬਾਗ ਦੀ ਮਿੱਟੀ ਵਿੱਚ ਚੱਲ ਸਕਦੇ ਹਨ, ਪਰ ਇਸ ਵਿੱਚ ਦੇਸੀ ਖਾਦ ਅਤੇ ਗਲੇ ਸੜੇ ਪੱਤੇ ਮਿਲਾਏ ਜਾਣ ਤਾਂ ਬਹੁਤ ਹੀ ਚੰਗਾ ਹੁੰਦਾ ਹੈ। ਡੰਡੀ ਛੋਟੇ ਗਮਲਿਆਂ ਵਿੱਚ ਖਾਦ ਪਾ ਦਿੱਤੀ ਜਾਂਦੀ ਹੈ ਤਾਂ ਜੋ ਵਾਧੂ ਪਾਣੀ ਨਿਕਲ ਜਾਵੇ। ਡੰਡੀ ਵੱਡੇ ਗਮਲਿਆਂ ਵਿੱਚ ਪੱਥਰ ਜਾਂ ਕਿਸੇ ਟੁੱਟੇ ਹੋਏ ਗਮਲੇ ਦਾ ਟੁਕੜਾ ਉਲਟਾ ਕਰਕੇ ਗਮਲੇ ਦੇ ਥੱਲੇ ਵਾਲੀ ਮੋਰੀ ਨੂੰ ਢੱਕ ਦਿੱਤਾ ਜਾਂਦਾ ਹੈ, ਜਿਸ ਰਾਹੀਂ ਫਾਲਤੂ ਪਾਣੀ ਵਗ ਸਕਦਾ ਹੈ। ਡੰਡੀ ਬੂਟਾ ਲਾ ਕੇ ਗਮਲੇ ਵਿੱਚ ਪਾਣੀ ਦੇਣ ਲਈ ਕਾਫੀ ਥਾਂ ਛੱਡਣੀ ਚਾਹੀਦੀ ਹੈ। ਡੰਡੀ ਜਦੋਂ ਬੂਟਾ ਵੱਡਾ ਹੋ ਜਾਵੇ ਅਤੇ ਗਮਲਾ ਬੂਟੇ ਲਈ ਕਾਫੀ ਨਾ ਹੋਵੇ ਤਾਂ ਗਮਲੇ ਦੀ ਮਿੱਟੀ ਬਦਲ ਦੇਣ ਦੀ ਲੋੜ ਹੈ। ਡੰਡੀ ਇਸ ਲਈ ਜਾਂ ਤਾਂ ਵੱਡਾ ਗਮਲਾ ਲਾ ਦਿੱਤਾ ਜਾਂਦਾ ਹੈ ਅਤੇ ਨਵੀਂ ਮਿੱਟੀ ਪਾਈ ਜਾਂਦੀ ਹੈ, ਜਾਂ ਉਸੇ ਹੀ ਗਮਲੇ ਵਿੱਚ ਨਵੀਂ ਮਿੱਟੀ ਪਾ ਦਿੱਤੀ ਜਾਂਦੀ ਹੈ ਅਤੇ ਬੂਟੇ ਦੀਆਂ ਜੜ੍ਹਾਂ ਦੀ ਕਾਂਟ ਛਾਂਟ ਕਰ ਦਿੱਤੀ ਜਾਂਦੀ ਹੈ। ਡੰਡੀ ਜੇ ਬੂਟੇ ਲੰਮੇ ਪਤਲੇ ਹੋ ਜਾਣ ਤਾਂ ਉਸ ਨੂੰ ਉੱਪਰੋਂ ਕੱਟ ਕੇ ਛੋਟਾ ਕਰ ਦਿੱਤਾ ਜਾਂਦਾ ਹੈ ਅਤੇ ਇਸ ਵੇਲੇ ਪਾਣੀ ਘੱਟ ਦੇਣ ਦੀ ਲੋੜ ਹੈ। ਡੰਡੀ ਜੇ ਪਾਣੀ ਘੱਟ ਹੋਵੇ ਤਾਂ ਵਧਣੋਂ ਰੁਕ ਜਾਂਦੇ ਹਨ ਅਤੇ ਪੱਤੇ ਵੀ ਝੜ ਸਕਦੇ ਹਨ। ਡੰਡੀ ਅਕਸਰ ਬੂਟੇ ਦਿਨ ਵਿੱਚ 65 ਡਿਗਰੀ ਤਾਪਮਾਨ ਅਤੇ ਰਾਤ ਨੂੰ 55-56 ਡਿਗਰੀ ਤਾਪਮਾਨ ਵਿੱਚ ਖੁਸ਼ ਰਹਿੰਦੇ ਹਨ। ਡੰਡੀ ਸੰਖੇਪ ਵਿੱਚ ਇਹੀ ਲਿਖਿਆ ਜਾਂਦਾ ਹੈ ਕਿ ਬੂਟੇ ਦੀਆਂ ਬਹੁਤ ਸਾਰੀਆਂ ਹਰਕਤਾਂ ਅਤੇ ਗਤੀਵਿਧੀਆਂ ਪਾਣੀ ਉੱਤੇ ਹੀ ਨਿਰਭਰ ਕਰਦੀਆਂ ਹਨ। ਡੰਡੀ ਜਿਉਂ-ਜਿਉਂ ਮਨੁੱਖੀ ਸਭਿਅਤਾ ਦਾ ਵਿਕਾਸ ਹੋਇਆ, ਤਿਵੇਂ-ਤਿਵੇਂ ਮਨੁੱਖ ਦੀਆਂ ਪਾਣੀ ਪ੍ਰਤੀ ਲੋੜਾਂ ਵੀ ਵਧੀਆਂ ਹਨ ਅਤੇ ਦਿਨ ਪ੍ਰਤੀ ਦਿਨ ਇਹ ਲੋੜ ਵੱਧਦੀ ਹੀ ਜਾ ਰਹੀ ਹੈ। ਡੰਡੀ ਇਸ ਤਰ੍ਹਾਂ ਪਾਣੀ ਦੀ ਬਹੁਤ ਮਹੱਤਤਾ ਹੈ। ਡੰਡੀ
ਅਜਿਹਾ ਇਸ ਲਈ ਹੈ ਕਿਉਂਕਿ ਬੱਚਿਆਂ ਨੂੰ ਵੱਡਿਆਂ ਦੇ ਵਾਂਗ ਸੰਭਾਲਣਾ ਸੰਭਵ ਨਹੀਂ ਹੁੰਦਾ। ਡੰਡੀ। ਉਦਾਹਰਨ ਦੇ ਲਈ ਜੇਕਰ ਕਿਸੇ ICU 'ਚ ਕਰੋਨਾ ਦੇ 20 ਮਰੀਜ਼ ਹਨ ਤਾਂ ਇੱਕ ਨਰਸ ਉਹਨਾਂ ਦੀ ਦਵਾ ਦਾਰੂ ਦੀ ਜ਼ਿੰਮੇਵਾਰੀ ਸੰਭਾਲ ਸਕਦੀ ਹੈ ਕਿਉਂਕਿ ਵੱਡੇ ਆਪਣਾ ਧਿਆਨ ਰੱਖਣ 'ਚ ਸਮਰੱਥ ਹੁੰਦੇ ਹਨ। ਪਰ ਜੇਕਰ ਵੱਡਿਆਂ ਦੀ ਥਾਂ ਉੱਥੇ 20 ਬੱਚੇ ਹੋਣ ਤਾਂ ਉਹਨਾਂ ਦੇ ਲਈ ਕਿਤੇ ਵੱਧ ਨਰਸਾਂ ਦੀ ਲੋੜ ਹੋਵੇਗੀ ਕਿਉਂਕਿ ਨਾ ਤਾਂ ਬੱਚੇ ਆਸਾਨੀ ਨਾਲ ਮਾਸਕ ਲਗਾਉਣਗੇ ਨਾ ਹੀ ਉਹਨਾਂ ਨੂੰ ਵੈਂਟੀਲੇਟਰ ਲਗਾਉਣਾ ਸੌਖਾ ਹੋਵੇਗਾ ਅਤੇ ਉਹਨਾਂ ਨੂੰ ਦਵਾਈਆਂ ਖਵਾਉਣੀਆਂ ਵੀ ਔਖੀਆਂ ਹੋਣਗੀਆਂ। ਡੰਡੀ। ਜ਼ਿਆਦਾ ਛੋਟੇ ਬੱਚਿਆਂ ਨੂੰ ਤਾਂ 24 ਘੰਟੇ ਸੰਭਾਲਣਾ ਉਹਨਾਂ ਦੇ ਮਾਤਾ ਪਿਤਾ ਤੋਂ ਇਲਾਵਾ ਕਿਸੇ ਹੋਰ ਦੇ ਲਈ ਉਂਝ ਵੀ ਸੰਭਵ ਨਹੀਂ ਹੋ ਸਕਦਾ। ਡੰਡੀ। ਦੂਸਰੇ ਪਾਸੇ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਨਾਲ ICU 'ਚ ਰੱਖਣਾ ਵੀ ਵਿਹਾਰਕ ਨਹੀਂ ਹੋ ਸਕਦਾ, ਖਾਸ ਕਰਕੇ ਜੇਕਰ ਉਹਨਾਂ ਦੇ ਹੋਰ ਬੱਚੇ ਹੋਣ ਤਾਂ ਉਹ ਉਹਨਾਂ ਨੂੰ ਘਰ 'ਚ ਕਿਵੇਂ ਇਕੱਲੇ ਛੱਡ ਸਕਦੇ ਹਨ। ਡੰਡੀ। ਉਹਨਾਂ ਨੇ ਕਿਹਾ, ਸਾਨੂੰ ਛੋਟੇ ਬੱਚਿਆਂ ਦੇ ਮਾਤਾ ਪਿਤਾ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣ ਦੀ ਲੋੜ ਹੈ। ਡੰਡੀ। ਕੰਮਕਾਜੀ ਵਰਗ ਅਤੇ ਹੇਠਲੇ ਦਰਜੇ ਦੇ ਆਮਦਨ ਵਰਗ ਦੇ ਮਾਤਾ ਪਿਤਾ ਦਾ ਟੀਕਾਕਰਨ ਤੀਸਰੀ ਲਹਿਰ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਕੁੰਜੀ ਹੋਵੇਗਾ। ਡੰਡੀ। 3 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਦਾ ਟੀਕਾਕਰਨ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਹਨਾਂ ਦੇ ਮਾਧਿਅਮ ਨਾਲ ਬੱਚਿਆਂ ਨੂੰ ਕਰੋਨਾ ਹੋਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਡੰਡੀ। ਹਾਲਾਂਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਅਜਿਹਾ ਕਰਨਾ ਵੀ ਸੌਖਾ ਨਹੀਂ ਹੋਵੇਗਾ। ਡੰਡੀ। ਬੱਚਿਆਂ ਦੇ ਲਈ ਜ਼ਰੂਰੀ ਦਵਾਈਆਂ ਜਿਵੇਂ ਕਿ ਬੁਖਾਰ ਉਤਾਰਨ ਦੇ ਲਈ ਪੈਰਾਸੀਟਾਮੋਲ ਆਦਿ ਦਾ ਉਤਪਾਦਨ ਪਹਿਲਾਂ ਤੋਂ ਵਧਾਉਣ ਦੀ ਲੋੜ ਪੈ ਸਕਦੀ ਹੈ। ਡੰਡੀ। ਬੱਚਿਆਂ 'ਚ ਮਾਮਲੇ ਵਧਣ 'ਤੇ ਬਾਜ਼ਾਰ ਤੋਂ ਦਵਾਈਆਂ ਨੂੰ ਖਤਮ ਹੋਣ 'ਚ ਦੇਰ ਨਹੀਂ ਲੱਗੇਗੀ ਕਿਉਂਕਿ ਇਹਨਾਂ ਦਵਾਈਆਂ ਨੂੰ ਮੌਜੂਦਾ ਮੰਗ ਦੇ ਅਨੁਸਾਰ ਹੀ ਤਿਆਰ ਕੀਤਾ ਜਾਂਦਾ ਹੈ। ਡੰਡੀ। ਡਾਕਟਰ ਸ਼ੈਟੀ ਦੇ ਅਨੁਸਾਰ ਦੂਸਰੀ ਲਹਿਰ ਦੇ ਤਹਿਤ ਤੇਜ਼ੀ ਨਾਲ ਵਧੇ ਮਾਮਲਿਆਂ ਦੇ ਬਾਰੇ 'ਚ ਕਿਸੇ ਨੇ ਸੋਚਿਆ ਨਹੀਂ ਸੀ ਅਤੇ ਜਦੋਂ ਇੰਨੇ ਜ਼ਿਆਦਾ ਮਾਮਲੇ ਇਕੱਠੇ ਆਉਂਦੇ ਹਨ ਤਾਂ ਅਮਰੀਕਾ ਅਤੇ ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਲਈ ਵੀ ਸਥਿਤੀ ਨੂੰ ਸੰਭਾਲਣਾ ਸੌਖਾ ਨਹੀਂ ਹੋ ਸਕਦਾ। ਡੰਡੀ। ਬੇਸ਼ੱਕ ਸਰਕਾਰ ਦੇ ਯਤਨਾਂ ਨੂੰ ਸਰਵੋਤਮ ਨਾ ਕਿਹਾ ਜਾ ਸਕੇ, ਇਸ ਸਮੇਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਡੰਡੀ। ਲੋੜ ਹੈ ਇਸ ਸੰਕਟ ਦੇ ਦੌਰ ਤੋਂ ਸਿੱਖਿਆ ਲੈਂਦੇ ਹੋਏ ਅਸੀਂ ਅੱਗੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹੀਏ। ਡੰਡੀ। ਜਿਵੇਂ ਕਿ ਅੰਗਰੇਜ਼ੀ 'ਚ ਕਹਾਵਤ ਹੈ, ਹੋਪ ਫਾਰ ਦਾ ਬੈਸਟ, ਪ੍ਰੀਪੇਅਰ ਫਾਰ ਦਾ ਵਰਸਟ, ਭਾਵ ਚੰਗੇ ਦੀ ਆਸ ਰੱਖੋ, ਬੁਰੇ ਦੇ ਲਈ ਤਿਆਰ ਰਹੋ। ਡੰਡੀ। ਜੰਗ 'ਚ ਉਹ ਇੱਕ ਪ੍ਰਸਿੱਧ ਨਾਂ ਹੈ ਪਰ ਫੀਲਡ ਮਾਰਸ਼ਲ ਬਰਨਾਰਡ ਮੌਂਟਗੋਮਰੀ ਨੇ ਜੰਗ ਦੇ ਮੈਦਾਨ 'ਚ ਜ਼ਿਆਦਾ ਜਿੱਤ ਹਾਸਲ ਨਹੀਂ ਕੀਤੀ। ਡੰਡੀ। ਅਸਲ 'ਚ ਉਹਨਾਂ ਦੀ ਸਭ ਤੋਂ ਪ੍ਰਸਿੱਧ ਘਟਨਾ ਨੂੰ ਆਪਰੇਸ਼ਨ ਮਾਰਕੀਟ ਗਾਰਡਨ ਦੇ ਨਾਂ ਨਾਲ ਸੱਦਿਆ ਜਾਂਦਾ ਹੈ, ਜਿਸ ਦੇ ਨਾਂ 'ਤੇ ਹਾਲੀਵੁੱਡ ਦੀ ਇੱਕ ਫਿਲਮ
ਬ੍ਰਿਜ ਟੂ ਫਾਰ ਬਣਾਈ ਗਈ ਡੰਡੀ। ਪਰ ਇਤਿਹਾਸਕਾਰ ਇਸ ਗੱਲ ਨੂੰ ਲੈ ਕੇ ਸਹਿਮਤ ਹਨ ਕਿ ਮੌਂਟਗੋਮਰੀ 'ਚ ਕੁਝ ਅਜਿਹਾ ਖਾਸ ਸੀ ਜੋ ਸਾਰੇ ਜਰਨੈਲਾਂ ਕੋਲ ਹੋਣਾ ਚਾਹੀਦਾ ਹੈ। ਡੰਡੀ ਉਹ ਸੀ ਉਹਨਾਂ ਦੀ ਪਕੜ ਡੰਡੀ। ਇਹ ਅਜਿਹਾ ਖੇਤਰ ਹੈ ਜੋ ਹਾਲਾਤ ਨੂੰ ਸਮਝ ਲੈਂਦਾ ਹੈ। ਡੰਡੀ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਤੁਹਾਡੇ ਹੱਥਾਂ 'ਚ ਕਿੰਨੇ ਸਰੋਤ ਹਨ ਅਤੇ ਭਵਿੱਖ 'ਚ ਤੁਹਾਨੂੰ ਕਿੰਨੇ ਚਾਹੀਦੇ ਹਨ। ਪ੍ਰਸ਼ਨ ਚਿੰਨ੍ਹ ਅਜਿਹੀਆਂ ਘਟਨਾਵਾਂ ਬਾਰੇ ਆਸ ਰੱਖਣੀ ਚਾਹੀਦੀ ਹੈ ਜੋ ਘਟਨਾ ਵਾਲੇ ਹੋਣ। ਡੰਡੀ ਅਜਿਹੇ ਗੁਣ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਨਹੀਂ ਹਨ। ਡੰਡੀ ਉਹਨਾਂ ਦੀ ਰੁਚੀ ਵਿਸਤਾਰ 'ਚ ਨਹੀਂ ਹੈ, ਸਗੋਂ ਵੱਡੀਆਂ ਸਕੀਮਾਂ 'ਚ ਹੈ। ਡੰਡੀ 2014 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪ੍ਰਸਿੱਧ ਇੰਟਰਵਿਊ ਦੌਰਾਨ ਉਹਨਾਂ ਨੇ ਪੱਤਰਕਾਰ ਮਧੂ ਕੇਸ਼ਵਰ ਨੂੰ ਕਿਹਾ, ਹਾਲਾਂਕਿ ਅੱਜ ਜੇਕਰ ਮੇਰੇ ਅਧਿਕਾਰੀ ਮੈਨੂੰ ਕੁਝ ਕਾਗਜ਼ ਦਿਖਾਉਂਦੇ ਹਨ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਮੈਨੂੰ 2 ਮਿੰਟ 'ਚ ਦੱਸੋ ਇਸ 'ਚ ਕੀ ਹੈ। ਡੰਡੀ 10 ਪੰਨਿਆਂ ਦੇ ਦਸਤਾਵੇਜ਼ਾਂ ਲਈ ਮੇਰੇ ਲਈ 2 ਮਿੰਟ ਕਾਫੀ ਹਨ। ਡੰਡੀ ਇੱਕ ਅਜਿਹਾ ਹੁਨਰ ਹੈ ਜੋ ਮੈਂ ਵਿਕਸਿਤ ਕੀਤਾ ਹੈ। ਡੰਡੀ ਪਰ ਜਦੋਂ ਕਿ ਮੋਦੀ ਨੂੰ ਵਿਸਤਾਰ 'ਚ ਕੋਈ ਰੁਚੀ ਨਹੀਂ ਹੈ ਤਾਂ ਉਹਨਾਂ ਦੀ ਪਹਿਲ ਆਪਰੇਸ਼ਨ ਨਾਲੋਂ ਵੱਖ ਖੜ੍ਹੇ ਹੋਣ ਦੀ ਨਹੀਂ ਹੈ, ਸਗੋਂ ਇੱਕ ਕਲਪਨਾਸ਼ੀਲ ਸੱਟ ਰਾਹੀਂ ਆਪਣੇ ਆਪ ਨੂੰ ਉਸ ਦੇ ਵਿਚਕਾਰ ਸ਼ਾਮਲ ਕਰਨ ਦੀ ਹੈ। ਡੰਡੀ ਉਦਾਹਰਨ ਦੇ ਤੌਰ 'ਤੇ ਇਸ ਸਾਲ ਮਾਰਚ ਦੀ ਸਮਾਪਤੀ 'ਤੇ BBC ਨੇ ਰਿਪੋਰਟ ਕੀਤੀ ਕਿ ਪਿਛਲੇ ਸਾਲ ਲਾਕਡਾਊਨ ਤੋਂ ਪਹਿਲਾਂ ਇੱਕ ਵੀ ਮੰਤਰਾਲਾ ਨਾਲ ਇਸ ਗੱਲ ਨੂੰ ਲੈ ਕੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਕਿ ਮਹਾਂਮਾਰੀ ਦੇ ਨਤੀਜੇ ਕੀ ਹੋਣਗੇ। ਡੰਡੀ BBC ਨੇ RTI ਤਹਿਤ 240 ਅਰਜ਼ੀਆਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਜਿਨ੍ਹਾਂ 'ਚ ਸਿਹਤ, ਵਿੱਤ ਅਤੇ ਆਫਤ ਪ੍ਰਬੰਧਨ ਸ਼ਾਮਲ ਸਨ ਨੂੰ ਦਿੱਤੀਆਂ ਤਾਂ ਕਿ ਇਹ ਪਤਾ ਲਗਾਇਆ ਜਾਵੇ ਕਿ ਲਾਕਡਾਊਨ ਤੋਂ ਪਹਿਲਾਂ ਉਹਨਾਂ ਨਾਲ ਕਿੰਨਾ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਡੰਡੀ ਪ੍ਰਤੀਕਿਰਿਆ ਬਾਰੇ ਹੋਏ ਖੁਲਾਸੇ 'ਚ ਦੱਸਿਆ ਹੈ ਕਿ ਕਿਸੇ ਵੀ ਮਾਹਰ ਜਾਂ ਸਰਕਾਰੀ ਵਿਭਾਗ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਡੰਡੀ ਸਰਕਾਰ ਨੇ ਉਸ ਬਿਆਨ ਨੂੰ ਦੇਣ ਤੋਂ BBC ਨੂੰ ਨਾ ਕਰ ਦਿੱਤੀ ਜਿਸ ਤਹਿਤ ਪੁੱਛਿਆ ਗਿਆ ਸੀ ਕਿ ਸੰਬੰਧਿਤ ਵਿਭਾਗਾਂ ਨੂੰ ਸਮਝਣ ਤੋਂ ਪਹਿਲਾਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਿਉਂ ਨਹੀਂ ਕੀਤਾ ਗਿਆ। ਡੰਡੀ ਕੰਮ ਕਰਨ ਦੇ ਪ੍ਰਧਾਨ ਮੰਤਰੀ ਦੀ ਦੂਸਰੀ ਕਾਰਜਸ਼ੈਲੀ ਦੀ ਇੱਕ ਹੋਰ ਮਿਸਾਲ ਮਸ਼ਹੂਰ ਨੋਟਬੰਦੀ ਹੈ। ਡੰਡੀ ਇੱਥੇ ਵੀ ਬਹੁਤ ਘੱਟ ਲੋਕ ਜਾਣਦੇ ਸਨ ਕਿ ਇਹ ਵਾਪਰਨ ਵਾਲਾ ਹੈ। ਡੰਡੀ ਬਤੌਰ ਸੰਸਦੀ ਲੋਕਤੰਤਰ ਹੋਣ ਦੇ ਨਾਤੇ ਭਾਰਤ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦਾ ਅਨੁਸਰਨ ਕਰਦਾ ਹੈ, ਪਰ ਇੱਥੋਂ ਤੱਕ ਕਿ ਕੈਬਨਿਟ ਨੂੰ ਵੀ ਨੋਟਬੰਦੀ ਦੇ ਦਿਨ ਕੰਨੋ ਕੰਨ ਖਬਰ ਨਾ ਲੱਗੀ। ਡੰਡੀ ਮੰਗਲਵਾਰ 8 ਨਵੰਬਰ ਨੂੰ ਭਾਰਤ ਦੇ 1000 ਅਤੇ 500 ਰੁਪਏ ਦੇ ਨੋਟ ਜੋ ਕਿ ਪੂਰੀ ਕਰੰਸੀ ਦਾ 86% ਬਣਦੇ ਸਨ ਸ਼ਾਮ ਨੂੰ ਗਾਇਬ ਹੋ ਗਏ। ਡੰਡੀ ਸਰਕਾਰ ਮੋਦੀ ਦੇ ਇਸ ਕਦਮ ਦੇ ਲਈ ਤਿਆਰ ਨਹੀਂ ਸੀ। ਡੰਡੀ ਇਹ ਜਾਣ ਬੁੱਝ ਕੇ ਸਰਕਾਰ ਕੋਲੋਂ ਲੁਕਾਇਆ ਗਿਆ। ਡੰਡੀ ਮੇਰੇ
ਕਹਿਣ ਦਾ ਭਾਵ ਇਹ ਨਹੀਂ ਹੈ ਕਿ ਮੋਦੀ ਦੀ ਕਾਰਜਸ਼ੈਲੀ ਚੰਗੀ ਹੈ ਜਾਂ ਬੁਰੀ, ਕਿ ਇਸ ਦਾ ਲਾਭ ਹੈ ਜਾਂ ਫਿਰ ਇਸ ਦਾ ਨੁਕਸਾਨ। ਡੰਡੀ ਸਬੂਤ ਸਪਸ਼ਟ ਹਨ ਅਤੇ ਉਸ 'ਤੇ ਵਿਚਾਰ ਕਰਨ ਦਾ ਕੋਈ ਬਿੰਦੂ ਨਹੀਂ। ਡੰਡੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਜਿਹੇ ਹਾਲਾਤ 'ਚ ਕੰਮ ਕੀਤਾ ਗਿਆ ਜਿਨ੍ਹਾਂ 'ਚ ਅਸੀਂ ਆਪ ਨੂੰ ਪਾ ਰਹੇ ਹਾਂ। ਡੰਡੀ ਮਹਾਂਮਾਰੀ ਦੀ ਸਮੱਸਿਆ ਦਾ ਹੱਲ ਇੱਕ ਹੀ ਝਟਕੇ ਨਾਲ ਨਹੀਂ ਕੱਢਿਆ ਜਾ ਸਕਦਾ। ਡੰਡੀ ਸਰਕਾਰ ਨੂੰ ਸਥਿਤੀ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਡੰਡੀ ਸਾਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੇ ਹੱਥਾਂ 'ਚ ਕਿੰਨੇ ਸਰੋਤ ਹਨ, ਪ੍ਰਸ਼ਨ ਚਿੰਨ੍ਹ, ਅਤੇ ਭਵਿੱਖ 'ਚ ਸਾਨੂੰ ਹੋਰ ਕਿੰਨਿਆਂ ਦੀ ਲੋੜ ਹੈ, ਪ੍ਰਸ਼ਨ ਚਿੰਨ੍ਹ। ਸਾਨੂੰ ਇਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕਿਹੜੀਆਂ ਘਟਨਾਵਾਂ ਹੋਣ ਵਾਲੀਆਂ ਹਨ ਜਿਨ੍ਹਾਂ ਦੀ ਆਸ ਕੀਤੀ ਜਾਣੀ ਚਾਹੀਦੀ ਹੈ। ਡੰਡੀ ਇੱਕ ਕੇਂਦਰੀਕ੍ਰਿਤ ਸਰਕਾਰ ਜਿੱਥੇ ਫੈਸਲਾ ਲੈਣਾ ਕੁਝ ਲੋਕਾਂ ਦੀ ਹੱਦ ਤੱਕ ਹੈ ਅਤੇ ਕਈ ਵਾਰ ਤਾਂ ਇੱਕ ਆਦਮੀ ਦੇ ਹੱਥ 'ਚ ਹੈ। ਡੰਡੀ ਇਹ ਲੱਭਣ ਲਈ ਬੇਹੱਦ ਔਖਾ ਹੈ। ਡੰਡੀ ਵੈਕਸੀਨ, ਆਕਸੀਜਨ ਅਤੇ ਵੈਂਟੀਲੇਟਰਾਂ ਦੀ ਕਿੱਲਤ ਦੇ ਮਾਮਲੇ 'ਚ ਸਾਡੀ ਸਰਕਾਰ ਦੀ ਅਧਿਕਾਰਕ ਸਥਿਤੀ ਇਹ ਹੈ ਕਿ ਕਿਸੇ ਨੇ ਵੀ ਇਸ ਬਾਰੇ ਆਸ ਨਹੀਂ ਕੀਤੀ। ਡੰਡੀ ਪਰ ਅਸਲੀਅਤ ਇਹ ਹੈ ਕਿ ਪੂਰੇ ਵਿਸ਼ਵ ਨੇ ਇਸ ਨੂੰ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ। ਡੰਡੀ ਜੋ ਅੱਜ ਅਸੀਂ ਮਦਦ ਦੇ ਤੌਰ 'ਤੇ ਹਾਸਲ ਕਰ ਰਹੇ ਹਾਂ, ਉਸ ਨਵੇਂ ਮਟੀਰੀਅਲ ਦਾ ਨਿਰਮਾਣ ਕੱਲ੍ਹ ਨਹੀਂ ਹੋਇਆ ਸੀ। ਡੰਡੀ ਇਹ ਰਾਸ਼ਟਰਾਂ ਦੁਆਰਾ ਸਰਪਲਸ ਹੈ ਜੋ ਪੈਦਾ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਸੰਕਟ ਬਾਰੇ ਪਹਿਲਾਂ ਹੀ ਜਾਣਕਾਰੀ ਜੁਟਾ ਲਈ, ਜਿਸ ਬਾਰੇ ਅਸੀਂ ਅੱਜ ਜਾਣਕਾਰੀ ਲੈ ਰਹੇ ਹਾਂ। ਡੰਡੀ ਮਹਿੰਗੀਆਂ ਚੀਜ਼ਾਂ ਦੇ ਬੇਕਾਰ ਭੰਡਾਰ ਨੂੰ ਕੋਈ ਵੀ ਰਾਸ਼ਟਰ ਨਹੀਂ ਕਰਦਾ। ਡੰਡੀ ਭਾਰਤ ਦੇ ਮਾਮਲੇ 'ਚ ਸਾਨੂੰ ਇਸ ਦੀ ਲੋੜ ਹੈ। ਡੰਡੀ ਸਾਡੇ ਕੋਲ ਲੋੜੀਂਦੀ ਵੈਕਸੀਨ ਨਹੀਂ ਹੈ ਕਿਉਂਕਿ ਅਸੀਂ ਸਹੀ ਸਮੇਂ 'ਤੇ ਇਸ ਦੇ ਲਈ ਆਰਡਰ ਹੀ ਨਹੀਂ ਕੀਤਾ। ਡੰਡੀ ਅਸੀਂ ਸੋਚਿਆ ਹੀ ਨਹੀਂ ਕਿ ਸਾਨੂੰ ਇਸ ਦੀ ਲੋੜ ਪਵੇਗੀ। ਡੰਡੀ ਪਰ ਅਸੀਂ ਉਸ ਪ੍ਰਮਾਣ ਦੇ ਆਧਾਰ 'ਤੇ ਇਹ ਫੈਸਲਾ ਕਰ ਲਿਆ ਕਿ ਭਾਰਤ ਸਮਰੱਥ ਸੀ ਅਤੇ ਉਸਨੇ ਕਰੋਨਾ 'ਤੇ ਕਾਬੂ ਪਾ ਲਿਆ। ਡੰਡੀ ਦੂਸਰੇ ਰਾਸ਼ਟਰਾਂ ਨੇ ਇਸ ਮੁੱਦੇ ਨੂੰ ਇੱਕ ਲੰਮੇ ਸਮੇਂ ਤੱਕ ਚੱਲਣ ਵਾਲੀ ਸਮੱਸਿਆ ਨਾਲ ਜੋੜੀ ਰੱਖਿਆ ਅਤੇ ਪਹਿਲੀ ਲਹਿਰ ਤੱਕ ਸੀਮਤ ਨਹੀਂ ਰਹੇ। ਡੰਡੀ ਉਹਨਾਂ ਨੇ ਵੈਕਸੀਨ ਦਾ ਆਰਡਰ ਸਮੇਂ 'ਤੇ ਦਿੱਤਾ ਅਤੇ ਉਸ ਦੀ ਖੇਪ ਵੀ ਸਮੇਂ ਸਿਰ ਹਾਸਲ ਕਰ ਲਈ। ਡੰਡੀ ਉਹਨਾਂ ਨੇ ਆਪਣੇ ਵਿਗਿਆਨੀਆਂ ਨੂੰ ਇਹ ਤੈਅ ਕਰਨ ਦਿੱਤਾ ਕਿ ਮਹਾਂਮਾਰੀ ਦੇ ਵਿਰੁੱਧ ਇਹ ਜੰਗ ਦੈਵੀ ਸ਼ਕਤੀ ਤੋਂ ਪ੍ਰੇਰਿਤ ਅਗਵਾਈ ਨਾਲ ਨਹੀਂ ਕੀਤੀ ਜਾ ਸਕਦੀ। ਡੰਡੀ ਇੱਕ ਵਾਰ ਵਿਗਿਆਨ ਨੇ ਖੁਲਾਸਾ ਕਰ ਦਿੱਤਾ ਕਿ ਸਿਰਫ ਸਾਵਧਾਨੀ, ਸਿਹਤ ਦੇਖਭਾਲ ਦੀ ਤਿਆਰੀ ਅਤੇ ਵੈਕਸੀਨੇਸ਼ਨ ਇਸ ਮਹਾਂਮਾਰੀ ਤੋਂ ਸਾਨੂੰ ਬਚਾ ਸਕਦੀ ਹੈ ਅਤੇ ਇਸ 'ਤੇ ਉਹਨਾਂ ਦੀਆਂ ਅਪਾਰ ਸਮਰੱਥਾਵਾਂ ਸਨ। ਡੰਡੀ ਸਵਾਲ ਇਹ ਹੈ ਕਿ ਅਸੀਂ ਕੋਵਿਡ ਦੀ ਦੂਜੀ ਲਹਿਰ ਦੀ ਆਸ ਕਿਉਂ ਨਹੀਂ ਕੀਤੀ। ਡੰਡੀ ਇਸ ਦਾ ਉੱਤਰ ਇਹ ਹੈ ਕਿ ਅਗਵਾਈ ਨੂੰ ਹਾਲਾਤ ਉੱਪਰ ਆਪਣਾ ਪੂਰਾ ਕਾਬੂ ਰੱਖਣਾ ਚਾਹੀਦਾ ਹੈ। ਡੰਡੀ ਇੱਕ ਜੀਨੀਅਸ ਹੋਣ ਦੀ ਬਜਾਏ ਪਕੜ ਹੋਣਾ ਲਾਜ਼ਮੀ ਹੈ। ਡੰਡੀ ਸਿਧਾਂਤਕ ਰੂਪ ਨਾਲ ਅਜਿਹਾ ਸਮਾਂ ਹੁੰਦਾ ਹੈ ਕਿ ਜਦੋਂ ਇੱਕ ਜੀਨੀਅਸ ਦੀ ਕਾਰਜਸ਼ੈਲੀ ਦਾ ਲਾਭ ਹੁੰਦਾ ਹੈ, ਪਰ ਇਸ ਕਰੋਨਾ ਕਾਲ 'ਚ ਇਹ ਜ਼ਰੂਰੀ ਨਹੀਂ। ਡੰਡੀ